Good morning, students. Once again, welcome to my YouTube channel. Today, we are continues with the chapter of business service part 4th of class 11th. This chapter is based upon to the new syllabus which is updated by to the CBSE and Punjab board. In this session, we are discussing what is the business services and how it is utilized into the humans life and human beings. They will be showing their better relation with the business services. Without wasting your time, we are starting from this session. First was is insurance. In current time, you know that via insurance has been playing an important role in the life of the human beings. Because of this, the insurance has been helped to us to improve their selves, and also we are trying to showing their risk and cover their risk which has been causes due to the sudden and uncertainties which has been arises into the businesses. So start from this the ਇੰਸ਼ੋਰੈਂਸ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਵਾ ਬੀਮਾ ਅੱਜ ਦੇ ਟਾਈਮ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਮੰਨਿਆ ਜਾਂਦਾ ਵਾ ਬਿਜ਼ਨਸ ਪਾਰਟਸ ਦੇ ਵਿੱਚ ਕਿਉਂਕਿ ਜਿਹੜਾ ਰਿਸਕ ਜਿਹੜਾ ਵਾ ਉਹ ਬਿਜ਼ਨਸ ਦਾ ਪਾਰਟ ਆ ਅਤੇ ਪਾਰਸਲ ਜਿਹੜਾ ਆਫ ਰਿਸਕ ਵੀ ਇਹ ਰਿਸਕ ਜਿਹੜਾ ਵਾ ਉਹਦੇ ਨਾਲ ਜੁੜਿਆ ਹੋਇਆ ਵਾ ਵੀ ਜਿੰਨਾ ਜ਼ਿਆਦਾ ਤੁਸੀਂ ਰਿਸਕ ਟੇਕ ਕਰਦੇ ਹੋ ਅਤੇ ਉਨੇ ਜ਼ਿਆਦਾ ਹੀ ਪ੍ਰੋਫਿਟ ਹੋਣ ਦੇ ਚਾਂਸਿਸ ਨੇ। ਤੇ ਦੇਖੋ ਕੀ ਕਹਿੰਦਾ ਵੀ ਆ ਬਿਜ਼ਨਸ ਮੇ ਬੀ ਆ ਸਫਰ ਲਾਸ ਉਹ ਕਰ ਸਕਦਾ ਡਿਊ ਟੂ ਦੀ ਆ ਥੀਫਸ ਚੋਰੀ ਦੇ ਕਾਰਨ, ਅੱਗ ਲੱਗਣ ਦੇ ਕਾਰਨ, ਡੈਥ ਦੇ ਕਾਰਨ ਜਾਂ ਡਿਸੇਬਿਲਿਟੀ ਆਫ ਹਿਊਮਨ ਬੀਇੰਗਸ। ਇਸ ਕਰਕੇ ਜਿਹੜਾ ਵਾ ਇੰਸ਼ੋਰੈਂਸ ਲਈ ਜਾਂਦੀ ਆ ਤਾਂ ਜੋ ਕੀ ਜਿਹੜੇ ਇੱਦਾਂ ਦੇ ਰਿਸਕ ਨੇ ਚੋਰੀ ਹੋਣ ਦੇ ਜਾਂ ਪੈਸੇ ਗਾਇਬ ਹੋਣ ਦੇ ਜਾਂ ਕੀ ਆ ਵੀ ਸਾਨੂੰ ਘਾਟਾ ਪੈਣ ਦੇ, ਇਸ ਚੀਜ਼ਾਂ ਨੂੰ ਰੋਕਣ ਦੇ ਲਈ ਅਸੀਂ ਕੀ ਕਰਦੇ ਹਾਂ ਇੰਸ਼ੋਰੈਂਸ ਕਰਦੇ ਹਾਂ। ਇੰਸ਼ੋਰੈਂਸ ਕੀ ਹੁੰਦੀ ਆ? ਇਟ ਇਜ਼ ਅ ਸਰਵਿਸ ਵਿਚ ਕਵਰਸ ਦੀ ਆ ਰਿਸਕ ਐਂਡ ਮਿਨੀਮਾਈਜ਼ ਦੀ ਆ ਲੌਸਿਸ ਕਾਜ਼ਿਸ ਟੂ ਦੀ ਅਨਸਰਟਨਿਟੀਜ਼। ਵੀ ਕੀ ਆ ਰਿਸਕ ਨੂੰ ਜਿਹੜਾ ਵਾ ਉਹ ਘਟਾ ਦਿੰਦੀ ਆ ਤਾਂ ਜੋ ਕੀ ਆ ਸਾਨੂੰ ਲੋਸ ਘੱਟ ਤੋਂ ਘੱਟ ਹੋ ਸਕੇ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੀ ਲਾਈਫ ਨੂੰ ਇੰਜੋਏ ਕਰ ਸਕੀਏ। ਇਨ ਦੀ ਆ ਰਿਟਨ ਐਗਰੀਮੈਂਟ ਦੀ ਆ ਟਾਈਪ ਦੀ ਆ ਕਾਲ ਟੂ ਦੀ ਆ ਪੋਲਿਸੀ, ਜਿਹੜਾ ਇਹਦੇ ਵਿੱਚ ਇੱਕ ਰਿਟਨ ਡਾਕੂਮੈਂਟ ਲਿੱਤਾ ਜਾਂਦਾ ਉਹਨੂੰ ਅਸੀਂ ਕਹਿੰਦੇ ਹਾਂ ਪੋਲਿਸੀ, ਜਿਹੜੀ ਅਸੀਂ ਰੱਖਦੇ ਹਾਂ ਜਿਹਦੇ ਵਿੱਚ ਅਸੀਂ ਪ੍ਰੀਮੀਅਮ ਪੇ ਕਰਦੇ ਹਾਂ ਫਿਰ ਉਹਦਾ। ਅਤੇ ਇਹਦੇ ਵਿੱਚ ਕੀ ਆ ਦੀ ਆ ਪਰਸਨਸ ਦੀ ਆਬਜੈਕਟ ਹੂ ਐਜ਼ ਰਿਸਕ ਇਜ਼ ਕਵਰਡ ਇਜ਼ ਕਾਲਡ ਇੰਸ਼ੋਰਡ। ਵੀ ਜਿਹੜਾ ਪਰਸਨ ਇਸ 'ਤੇ ਕਵਰ ਦੇ ਅੰਦਰ ਆਪਣਾ ਨਾਮ ਲਿਖਾ ਕੇ ਅਤੇ ਆਪਣੇ ਬੀਮਾ ਭਰਨਾ ਸ਼ੁਰੂ ਕਰ ਦਿੰਦਾ ਤਾਂ ਉਹ ਇੰਸ਼ੋਰਡ ਮੰਨਿਆ ਜਾਂਦਾ ਵੀ ਉਹ ਇੰਸ਼ੋਰ ਹੋ ਚੁੱਕਿਆ ਵਾ। ਦੀ ਆ ਕੰਪਨੀਜ਼ ਐਗਰੀ ਟੂ ਪੇ ਫॉर ਟੂ ਦੀ ਆ ਲੋਸ ਡਿਊ ਟੂ ਦੀ ਆ ਰਿਸਕ ਇਜ਼ ਕਾਲਡ ਟੂ ਦੀ ਆ ਇੰਸ਼ੋਰਰ ਇੰਸ਼ੋਰਿਸ ਐਂਡ ਅੰਡਰ ਰਾਈਟਰਸ। ਵੀ ਜੇਕਰ ਉਹਨਾਂ ਨੂੰ ਕਿਸੇ ਵੀ ਜਿਹੜਾ ਕਾਰਨਾਂ ਕਰਕੇ ਉਹਨੂੰ ਲੋਸ ਹੋ ਗਿਆ ਤਾਂ ਉਹ ਲੋਸ ਨੂੰ ਕਵਰ ਕਰਦੀ ਆ ਇੰਸ਼ੋਰੈਂਸ ਕੰਪਨੀਆਂ। ਤੁਹਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਦੇ ਨੇਮ ਨੇ ਕਈ ਤਰ੍ਹਾਂ ਦੀਆਂ ਨੇ, ਜਿਵੇਂ ਸਾਡੇ ਇੰਡੀਆ ਦੇ ਵਿੱਚ ਜਿਹੜੀ ਪਬਲਿਕ ਕੰਪਨੀ ਆ ਉਹ ਹੈਗੀ ਆ LICs, ਰਿਲਾਇੰਸ ਵੀ ਕਰਦੀ ਆ, ਟਾਟਾਸ ਵੀ ਕਰਦੀਆਂ ਨੇ। ਕਈ ਕੰਪਨੀਜ਼ ਨੇ ਜਿਹੜੀਆਂ ਪ੍ਰਾਈਵੇਟ ਨੇ ਉਹ ਵੀ ਬੈਟਰ ਸਰਵਿਸਿਜ਼ ਪ੍ਰੋਵਾਈਡ ਕਰਦੀਆਂ ਨੇ। ਅਤੇ ਅੱਜ ਦੇ ਟਾਈਮ ਦੇ ਵਿੱਚ ਇੰਸ਼ੋਰੈਂਸ ਜਿਹੜਾ ਵਾ ਉਹ ਇੱਕ ਬੈਟਰ ਸੈਕਟਰ ਬਣ ਚੁੱਕਿਆ ਵਾ ਅਤੇ ਇਹਦੇ ਵਿੱਚ ਗਰੋਥ ਵੀ ਜਿਹੜੀ ਆ ਉਹ ਜ਼ਿਆਦਾ ਬੈਟਰ ਹੋ ਰਹੀ ਹੈ ਕਿਉਂਕਿ ਹਰੇਕ ਕੋਈ ਪਰਸਨ ਅੱਜ ਕੱਲ੍ਹ ਇੰਸ਼ੋਰੈਂਸ ਕਰਵਾਉਂਦਾ ਵਾ ਤਾਂ ਜੋ ਕੀ ਆ ਉਹ ਆਪਣੇ ਰਿਸਕ ਨੂੰ ਕਵਰ ਕਰ ਸਕੇ। ਨੈਕਸਟ ਹੈ ਸਾਡੇ ਕੋਲ ਪ੍ਰਿੰਸੀਪਲਸ ਆਫ ਦੀ ਆ ਰਿਸਕ। ਵੀ ਜਿਹੜਾ ਹੁਣ ਬਿਜ਼ਨਸ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਜਿਹੜੇ ਪ੍ਰਿੰਸੀਪਲਸ ਨੇ, ਜੋ ਤੁਸੀਂ ਇੰਸ਼ੋਰੈਂਸ ਕਰਾਉਣੀ ਆ ਤਾਂ ਉਹਦੇ ਵਿੱਚ 7 ਪ੍ਰਿੰਸੀਪਲ ਫੋਲੋ ਕੀਤੇ ਜਾਂਦੇ, ਬਹੁਤ ਇੰਪੋਰਟੈਂਟ ਨੇ। ਦੇਖੋ ਫਸਟ ਕੀ ਆ? ਪ੍ਰਿੰਸੀਪਲ ਆਫ ਅਲਟੀਮੇਟ ਗੁੱਡ ਫੇਥ। ਵੀ ਜੇਕਰ ਤੁਸੀਂ ਇੰਸ਼ੋਰੈਂਸ ਕਰਾ ਰਹੇ ਹੋ ਤਾਂ ਇੱਕ ਵੇ ਹੁੰਦਾ ਵਾ ਜਿਹਦੇ ਵਿੱਚ ਕੀ ਆ ਇੱਕ ਦੂਸਰੇ ਉੱਤੇ ਵਿਸ਼ਵਾਸ ਕਰਕੇ ਇੰਸ਼ੋਰੈਂਸ ਕਰਾਇਆ ਜਾਂਦਾ। ਇੰਸ਼ੋਰੈਂਸ ਕੰਪਨੀ ਉਸੇ ਬੰਦੇ ਦਾ ਇੰਸ਼ੋਰੈਂਸ ਕਰਦੀ ਆ ਜਿਹੜਾ ਕਿ ਫੁੱਲ ਡਿਟੇਲ ਅਤੇ ਰਾਈਟ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਵਾ ਅਤੇ ਇੰਸ਼ੋਰੈਂਸ ਕਲੇਮ ਦੇ ਲਈ ਉਹ ਰੈਫਰਸ ਕੀਤੇ ਜਾਂਦੇ ਆ। ਇਹਨਾਂ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਉਹ ਵਿਸ਼ਵਾਸ ਦੇ ਉੱਤੇ ਬਣਿਆ ਹੁੰਦਾ ਵਾ। ਜੇਕਰ ਦੋਹਾਂ ਵਿੱਚੋਂ ਕਿਸੇ ਵੀ ਪਾਰਟੀ ਨੇ ਉਹ ਕੀ ਆ ਮਿਸ ਰਿਪ੍ਰਜੈਂਟੇਸ਼ਨ ਕੀਤੀ ਜਾਂ ਉਹਨਾਂ ਨੂੰ ਗਲਤ ਸ਼ੋਅ ਕਰਕੇ ਫਿਰ ਉਹ ਇੰਸ਼ੋਰੈਂਸ ਕਵਰ ਦੇ ਅੰਦਰ ਆਇਆ ਤਾਂ ਉਹਨਾਂ ਨੂੰ ਜੇਕਰ ਇੱਕ ਪਰਸਨ ਜਿਹੜਾ ਵਾ ਇੰਸ਼ੋਰੈਂਸ ਕੰਪਨੀ ਦੇ ਕੋਲ ਫਰੋਡ ਕਰਕੇ ਉਹਦੇ ਨਾਲ ਐਡ ਹੋਇਆ ਤਾਂ ਫਿਰ ਜਿਹੜਾ ਲੋਸ ਹੋਊਗਾ ਉਹਨੂੰ ਆਪ ਹੀ ਬੀਅਰ ਕਰਨਾ ਪੈਣਾ। ਬਟ ਜੇਕਰ ਇੰਸ਼ੋਰੈਂਸ ਕੰਪਨੀ ਹੁੰਦੀ ਆ ਤਾਂ ਉਹਨੂੰ ਉਹਦਾ ਜਿਹੜਾ ਲੋਸ ਆ ਉਹ ਰਿਕਵਰ ਕਰਵਾਉਣਾ ਹੀ ਪਊਗਾ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਇੰਸ਼ੋਰਡ ਰਿਸਕ ਇੰਸ਼ੋਰਡ ਇੰਟਰਸਟ। ਵੀ ਜਿਹੜੇ ਵੀ ਪਰਸਨ ਇਹਦੇ ਵਿੱਚ ਇੰਸ਼ੋਰੈਂਸ ਕਰਾਉਂਦੇ ਆ ਉਹ ਆਪਣਾ ਕੀ ਆ ਇੰਸ਼ੋਰੇਬਲ ਇੰਟਰਸਟ ਹੁੰਦਾ ਉਹਨਾਂ ਦਾ ਵੀ ਹਾਂ ਵੀ ਮੈਂ ਕੀ ਆ ਇਹਦਾ ਇੰਸ਼ੋਰੈਂਸ ਦੇਣੀ ਆ ਅਤੇ ਇਹਦੇ ਥਰੂ ਆਪਣੀ ਪੇਮੈਂਟ ਲੈਣੀ ਆ ਅਤੇ ਉਹ ਕੀ ਆ ਇੰਸ਼ੋਰੈਂਸ ਜਿਹੜਾ ਵਾ ਇੰਸ਼ੋਰੇਬਲ ਇੰਟਰਸਟ ਕਰਾ ਲੈਂਦੇ ਆ ਤਾਂ ਜੋ ਕਿ ਉਹ ਆਪਣੇ ਪ੍ਰੋਫਿਟ ਨੂੰ ਬਚਾ ਕੇ ਰੱਖ ਸਕਣ ਅਤੇ ਆਪਣੇ ਆਪ ਨੂੰ ਕੀ ਆ ਇੰਸ਼ੋਰੈਂਸ ਦੇ ਅੰਡਰ ਲੈ ਕੇ ਆਉਣ ਅਤੇ ਆਪਣੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਇੰਪਰੂਵ ਕਰ ਸਕਣ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਇੰਡੈਮਨਿਟੀ। ਇੰਡੈਮਨਿਟੀ ਦਾ ਮਤਲਬ ਹੁੰਦਾ ਵੀ ਜਦੋਂ ਰਿਸਕ ਇਨਵੋਲਵ ਹੁੰਦਾ ਜਾਂ ਰਿਸਕ ਅਰਾਈਜ਼ ਹੁੰਦਾ ਵਾ ਤਾਂ ਇਹ ਰਿਸਕ ਨੂੰ ਕੀ ਆ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਅਨਸਰਟਨਿਟੀ ਹੁੰਦੀ ਹੈ ਰਿਸਕ ਦੇ ਵਿੱਚ ਕਿਉਂਕਿ ਕੁਛ ਨਹੀਂ ਪਤਾ ਹੁੰਦਾ ਵੀ ਰਿਸਕ ਅਰਾਈਜ਼ ਹੋ ਸਕਦਾ ਜਾਂ ਨਹੀਂ ਹੋ ਸਕਦਾ। ਜੇਕਰ ਰਿਸਕ ਅਰਾਈਜ਼ ਹੋ ਜਾਂਦਾ ਵਾ ਤਾਂ ਉਹ ਅਨਸਰਟਨਿਟੀ ਹੈ, ਸਾਨੂੰ ਪਤਾ ਨਹੀਂ ਵੀ ਕਦੋਂ ਹੋਏਗਾ ਤਾਂ
ਉਸ ਚੀਜ਼ ਨੂੰ ਇੰਸ਼ੋਰਡ ਕਰਨ ਦੇ ਲਈ ਇੰਸ਼ੋਰੈਂਸ ਕੀਤੀ ਜਾਂਦੀ ਹੈ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਕੰਟਰੀਬਿਊਸ਼ਨ। ਇਹਦੇ ਵਿੱਚ ਦੋ ਹੀ ਪਾਰਟੀਜ਼ ਕੰਟਰੀਬਿਊਟ ਕਰਦੀਆਂ ਨੇ। ਜਿਹੜੇ ਪਰਸਨ ਨੇ ਇੰਸ਼ੋਰੈਂਸ ਕਰਾਈ ਹੁੰਦੀ ਆ ਉਹ ਵੀ ਪੈਸੇ ਦਿੰਦਾ ਵਾ ਆਪਣੇ ਐਜ਼ ਏ ਪ੍ਰੀਮੀਅਮ, ਅਤੇ ਜਿਹੜੀ ਇੰਸ਼ੋਰੈਂਸ ਕੰਪਨੀ ਹੁੰਦੀ ਆ ਉਹ ਵੀ ਕੰਟਰੀਬਿਊਟ ਕਰਦੀ ਆ, ਤਾਂ ਜੋ ਕੀ ਆ ਜੇਕਰ ਲਾਸ ਇਹਨਾਂ ਨੂੰ ਕੋਈ ਵੀ ਅਰਾਈਜ਼ ਹੁੰਦਾ ਅਤੇ ਇਹ ਦੋਹਾਂ ਦੇ ਪੈਸਿਆਂ ਦੇ ਨਾਲ ਅਸੀਂ ਉਸ ਲਾਸ ਨੂੰ ਰਿਕਵਰ ਕਰ ਸਕੀਏ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਸਰਬਰੋਗੇਸ਼ਨ। ਸਰਬਰੋਗੇਸ਼ਨ ਦਾ ਮਤਲਬ ਕੀ ਆ ਵੀ ਇੱਕ ਦੂਸਰੇ ਨਾਲ ਜੁੜਿਆ ਰਹਿਣਾ ਅਤੇ ਇੱਕ ਦੂਸਰੇ ਨਾਲ ਤਾਲਮੇਲ ਬਣਾਉਣਾ, ਵੀ ਇੱਕ ਦੂਸਰੇ ਨਾਲ ਜੁੜ ਮਿਲ ਕੇ ਹੀ ਉਹ ਜਿਹੜੀ ਇੰਸ਼ੋਰੈਂਸ ਆ ਉਹਦੀ ਪੋਲਿਸੀ ਪ੍ਰਿੰਸੀਪਲਸ ਬਣਾਏ ਜਾਂਦੇ ਆ, ਤਾਂ ਜੋ ਕਿ ਇੱਕ ਦੂਸਰੇ ਨਾਲ ਜੁੜ ਕੇ ਉਹ ਵਧੀਆ ਢੰਗ ਦੇ ਨਾਲ ਸਾਰੀ ਇੰਸ਼ੋਰੈਂਸ ਦਾ ਕਲੇਮ ਲੈ ਸਕਣ। ਨੈਕਸਟ ਹੈਗਾ ਵਾ ਪ੍ਰਿੰਸੀਪਲ ਆਫ ਦੀ ਆ ਲਾਸ ਮਿਨੀਮਾਈਜੇਸ਼ਨ। ਇਹਦੇ ਵਿੱਚ ਕੀ ਆ ਸਭ ਘੱਟ ਤੋਂ ਘੱਟ ਜਿਹੜਾ ਵਾ ਉਹ ਘਾਟਾ ਪਾ ਸਕੇ ਕੰਪਨੀਜ਼, ਤਾਂ ਜੋ ਕੀ ਆ ਵੀ ਜਿਹੜਾ ਲਾਸ ਆ ਉਹਨੂੰ ਘਟਾਇਆ ਜਾ ਸਕੇ ਜਿੰਨਾ ਪੋਸੀਬਲ ਹੋ ਸਕੇ। ਇਹ ਰਿਸਪੋਂਸੀਬਿਲਿਟੀ ਹੁੰਦੀ ਆ ਪਰਸਨ ਦੀ ਜਿਹਨੇ ਇੰਸ਼ੋਰੈਂਸ ਕਰਾਈ ਆ। ਜੇਕਰ ਉਹਨੇ ਕੀ ਆ ਇਹ ਸੋਚ ਕੇ ਕਰਵਾ ਲਈ ਵੀ ਮੈਂ ਇੰਸ਼ੋਰੈਂਸ ਕਰਾਈ ਹੋਈ ਆ ਅਤੇ ਮੈਂ ਉਹਦੀ ਪੇਮੈਂਟ ਨਹੀਂ ਕਰਨੀ ਹੈਗੀ ਅਤੇ ਮੈਂ ਲਾਸ ਜਿੰਨਾ ਮਰਜ਼ੀ ਹੋਏ ਮੈਂ ਇੰਸ਼ੋਰਡ ਹਾਂ, ਬਟ ਜਿਹੜੀ ਕੰਪਨੀਜ਼ ਨਾ ਉਹ ਚੈੱਕ ਕਰਦੀ ਹੁੰਦੀ ਆ ਵੀ ਜਿਹੜਾ ਪਰਸਨ ਆ ਉਹਨੇ ਵੀ ਟਰਾਈ ਕੀਤੀ ਆ ਵੀ ਉਹ ਆਪਣਾ ਲਾਸ ਨੂੰ ਘੱਟ ਤੋਂ ਘੱਟ ਕਰ ਸਕੇ। ਜੇਕਰ ਉਹ ਇੱਦਾਂ ਨਹੀਂ ਕਰਦੇ ਤਾਂ ਉਹਨੂੰ ਕੋਈ ਵੀ ਪੈਸੇ ਨਹੀਂ ਮਿਲਦੇ। ਨੈਕਸਟ ਹੈਗਾ ਪ੍ਰਿੰਸੀਪਲ ਆਫ ਕਾਜ਼ਾ ਪ੍ਰੈਕਸਮਾ। ਇਹਦਾ ਮਤਲਬ ਹੁੰਦਾ ਵੀ ਪ੍ਰੋਕਸੀਮੇਟਲੀ ਜਿਹੜੀ ਅਮਾਊਂਟ ਉਹ ਦਿੱਤੀ ਜਾਂਦੀ ਆ ਅਕੋਰਡਿੰਗ ਟੂ ਉਹਦੇ ਲਾਸ ਦੇ ਵਿੱਚ, ਅਤੇ ਉਹਦਾ ਜਿੰਨਾ ਇੰਸ਼ੋਰੈਂਸ ਉਹਨੇ ਕਵਰ ਕਰਾਇਆ ਹੁੰਦਾ ਤਾਂ ਉਹਦੇ ਵਿੱਚੋਂ ਪ੍ਰੋਕਸੀਮੇਟਲੀ ਅਮਾਊਂਟ ਮਿਲਦੀ ਆ। ਜੇਕਰ ਤਾਂ ਲਾਸ ਜ਼ਿਆਦਾ ਹੋਇਆ ਅਤੇ ਜਿਹੜੀ ਅਮਾਊਂਟ ਆ ਉਹ ਘੱਟ ਹੋਈ ਤਾਂ ਘੱਟ ਵਾਲੀ ਅਮਾਊਂਟ ਦਿੱਤੀ ਜਾਊਗੀ, ਜਿਹੜੀ ਪ੍ਰੋਕਸੀਮੇਟ ਹੋਊਗੀ ਉਹ ਦਿੱਤੀ ਜਾਊਗੀ। ਜੇਕਰ ਲਾਸ ਘੱਟ ਗਿਆ ਅਤੇ ਪ੍ਰੋਕਸੀਮੇਟ ਅਮਾਊਂਟ ਵੱਧਦਾ ਤਾਂ ਲਾਸ ਵਾਲੀ ਅਮਾਊਂਟ ਦੇ ਦਿੰਦੇ ਆ ਇੰਸ਼ੋਰੈਂਸ ਕੰਪਨੀ। ਤਾਂ ਇਸ ਕਰਕੇ ਇਹਦੇ ਵਿੱਚ ਕਾਜ਼ ਆਫ ਪ੍ਰੋਕਸੀਮਾ ਜਿਹੜੀ ਆ ਉਹ ਯੂਜ਼ ਕੀਤਾ ਜਾਂਦਾ ਵਾ। ਨੈਕਸਟ ਹੈਗਾ ਟਾਈਪ ਆਫ ਇੰਸ਼ੋਰੈਂਸ। ਇੰਸ਼ੋਰੈਂਸ ਕਿੰਨੇ ਤਰ੍ਹਾਂ ਦੀ ਹੁੰਦੀ ਆ, ਦੇਖੋ ਕਿੰਨੇ ਤਰ੍ਹਾਂ ਦੀ ਆ। ਫਸਟ ਹੈਗੀ ਆ ਹੈਲਥ ਇੰਸ਼ੋਰੈਂਸ, ਜਿਹਦੇ ਵਿੱਚ ਅਸੀਂ ਕੀ ਆ ਆਪਣੀ ਹੈਲਥ ਦੇ ਰਿਲੇਟਡ ਕਰਾ ਲੈਂਦੇ, ਜਿਵੇਂ ਹੁਣ ਕੋਵਿਡ-19 ਦੇ ਰਿਗਾਰਡਿੰਗ ਕਈ ਤਰ੍ਹਾਂ ਦੀਆਂ ਇੰਸ਼ੋਰੈਂਸ ਪਾਲਿਸੀਜ਼ ਪ੍ਰੋਵਾਈਡ ਹੁੰਦੀਆਂ ਨੇ। ਜੇਕਰ ਕੋਈ ਪਰਸਨ ਹੌਸਪੀਟਲਾਈਜ਼ਡ ਹੁੰਦਾ ਵਾ ਤਾਂ ਉਹਦਾ ਜਿਹੜਾ ਰਿਸਕ ਆ ਉਹ ਬੀਅਰ ਕਰੇਗੀ ਕੋਈ ਵੀ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਉਹਨੇ ਕੋਵਿਡ-19 ਦੇ ਅਗੇਂਸਟ ਜਿਹੜੀ ਵੀ ਪਾਲਿਸੀ ਕੱਢੀ ਆ ਤਾਂ ਉਸ ਅਗੇਂਸਟ ਉਹ ਆ ਜਾਏਗਾ, ਅਤੇ ਉਹਨੂੰ ਕੀ ਆ ਉਸ ਦੇ ਅਗੇਂਸਟ ਜਿੰਨਾ ਵੀ ਖਰਚਾ ਹੋਏਗਾ ਤਾਂ ਉਹ ਇੰਸ਼ੋਰੈਂਸ ਕੰਪਨੀਆਂ ਪੇ ਕਰਦੀਆਂ ਨੇ। ਨੈਕਸਟ ਹੈਗਾ ਵਾ ਲਾਈਫ ਇੰਸ਼ੋਰੈਂਸ। ਇਹਦੇ ਉੱਤੇ ਹੁੰਦਾ ਵੀ ਇੱਕ ਪਰਸਨ ਦੇ ਜੀਵਨ ਦੇ ਉੱਤੇ ਇੰਸ਼ੋਰ ਕਰਾਇਆ ਜਾਂਦਾ ਵਾ। ਤੁਹਾਨੂੰ ਸਭ ਨੂੰ ਪਤਾ ਵਾ ਵੀ ਜੀ ਲਾਈਫ ਆ ਉਹ ਸਭ ਤੋਂ ਵੱਡਾ ਅਨਸਰਟਨਿਟੀ ਆ, ਜਾਂ ਅਸੀਂ ਕਹਿ ਦਿਓ ਸਭ ਤੋਂ ਵੱਡਾ ਸੱਟਾ ਵਾ। ਕੁਛ ਨਹੀਂ ਪਤਾ ਵੀ ਕਦੋਂ ਬੰਦੇ ਨੇ ਮਰ ਜਾਣਾ, ਤਾਂ ਲਾਈਫ ਇੰਸ਼ੋਰੈਂਸ ਕਰਾਇਆ ਜਾਂਦਾ ਤਾਂ ਜੋ ਕੀ ਆ ਵੀ ਜਿਹੜੇ ਨੇ ਉਸ ਪਰਸਨ ਨਾਲ ਜੁੜੇ ਹੋਏ ਪਰਸਨ ਨੇ ਵੀ ਜੇਕਰ ਕੱਲ੍ਹ ਨੂੰ ਉਹਦੀ ਡੈਥ ਹੋ ਜਾਂਦੀ ਆ ਤਾਂ ਉਹ ਆਪਣੀ ਪਾਲਿਸੀ ਤੋਂ ਜਿੰਨਾ ਪੈਸਾ ਮਿਲੇਗਾ ਜਿਹਦੇ ਨਾਲ ਉਹ ਆਪਣੀ ਫੈਮਿਲੀ ਦੇ ਲਈ ਕੁਛ ਨਾ ਕੁਛ ਕੰਟਰੀਬਿਊਟ ਕਰ ਸਕੇਗਾ, ਤਾਂ ਉਹ ਹੁੰਦੀ ਆ ਲਾਈਫ ਇੰਸ਼ੋਰੈਂਸ। ਨੈਕਸਟ ਹੈਗਾ ਵਾ ਹਾਊਸ ਓਨਰ ਇੰਸ਼ੋਰੈਂਸ। ਇਹਦੇ ਵਿੱਚ ਕੀ ਹੁੰਦਾ ਵਾ ਵੀ ਜਿਹੜਾ ਹਾਊਸ ਹੁੰਦਾ, ਘਰ ਹੁੰਦਾ ਸੀ, ਉਹਦੀ ਇੰਸ਼ੋਰੈਂਸ ਕਰਾ ਲੈਂਦੇ ਹਾਂ, ਕਿਉਂਕਿ ਸਭ ਨੂੰ ਪਤਾ ਵੀ ਘਰ ਦੇ ਵਿੱਚ ਵੀ ਅਨਸਰਟਨਿਟੀਜ਼ ਬਹੁਤ ਹੁੰਦੀਆਂ ਨੇ, ਕੋਈ ਵੀ ਹਾਦਸਾ ਵਾਪਰ ਸਕਦਾ। ਜੇਕਰ ਕੋਈ ਵੀ ਹਾਦਸਾ ਵਾਪਰਦਾ ਵਾ ਤਾਂ ਉਸ ਚੀਜ਼ ਨੂੰ ਬਚਾਉਣ ਦੇ ਲਈ ਇੰਸ਼ੋਰੈਂਸ ਕਰਾਈ ਜਾਂਦੀ ਆ, ਤਾਂ ਜੋ ਕੀ ਆ ਜੇਕਰ ਕੱਲ੍ਹ ਨੂੰ ਉਹਦੇ ਹਾਊਸ ਨੂੰ ਕੁਛ ਵੀ ਹੋਇਆ ਤਾਂ ਉਹ ਸਾਰੇ ਜਿਹੜੇ ਪੈਸੇ ਨੇ ਉਹ ਰਿਕਵਰ ਕਰ ਸਕੇਗਾ, ਕਿਉਂਕਿ ਉਹ ਇੰਸ਼ੋਰਡ ਸੀ। ਨੈਕਸਟ ਹੈਗਾ ਵਾ ਰੈਂਟਲ ਇੰਸ਼ੋਰੈਂਸ। ਇਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਬੰਦੇ ਰੈਂਟ ਦੇ ਉੱਤੇ ਲੈਂਦੇ ਆ, ਕਈ ਵਾਰ ਉਹ ਕੀ ਕਰਦੇ ਆ ਵੀ ਸਾਡੀ ਜਿਹੜੀਆਂ ਚੀਜ਼ਾਂ ਨੇ ਉਹਨੂੰ ਮਿਸਯੂਜ਼ ਕਰਦੇ ਆ, ਤਾਂ ਉਸ ਚੀਜ਼ ਤੋਂ ਬਚਾਉਣ ਦੇ ਲਈ ਉਹ ਰੈਂਟਲ ਇੰਸ਼ੋਰੈਂਸ ਕਰਾ ਲੈਂਦਾ ਤਾਂ ਅਤੇ ਉਹਦਾ ਪ੍ਰੀਮੀਅਮ ਜਿਹੜਾ ਪਰਸਨ ਉਸ ਨੂੰ ਰੈਂਟ 'ਤੇ ਲੈਂਦਾ ਉਹ ਪੇ ਕਰਦਾ ਵਾ। ਜੇਕਰ ਕੱਲ੍ਹ ਨੂੰ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉੱਥੋਂ ਉਹ ਰੈਂਟ ਦੇ ਤੌਰ 'ਤੇ ਵਾਪਸ ਕਰ ਸਕਦਾ। ਲਾਸਟ ਵਨ ਹੈਗੀ ਆ ਆਟੋ ਇੰਸ਼ੋਰੈਂਸ। ਇਹ ਸਾਰੇ ਕਰਵਾਉਂਦੇ ਆ, ਸਭ ਨੂੰ ਪਤਾ ਵੀ ਕਾਰ ਇੰਸ਼ੋਰੈਂਸ ਹੁੰਦੀ ਆ, ਵਹੀਕਲ ਇੰਸ਼ੋਰੈਂਸ ਹੁੰਦੀ ਹੈ। ਇੰਸ਼ੋਰੈਂਸ ਤਾਂ ਕਰਾਈ ਜਾਂਦੀ ਹੈ ਜੇਕਰ ਕੱਲ੍ਹ ਨੂੰ ਕਿਸੇ ਦਾ ਕੋਈ ਪਰਸਨ ਦਾ ਐਕਸੀਡੈਂਟ ਹੁੰਦਾ, ਥਰਡ ਪਾਰਟੀ ਅਤੇ ਸੈਕਿੰਡ ਪਾਰਟੀ ਲਾਸ ਨੂੰ ਰਿਕਵਰ ਕੀਤਾ ਜਾ ਸਕੇ ਅਤੇ ਉਹਨਾਂ ਦੀ ਪੇਮੈਂਟ ਕੀਤੀ ਜਾ ਸਕੇ, ਕਿਉਂਕਿ ਜਿਹੜਾ ਲਾਸ ਹੁੰਦਾ ਵਾ ਫਿਰ ਉਹ ਕੀ ਆ ਹੌਸਪੀਟਲਾਈਜ਼ ਹੁੰਦੇ ਆ ਤਾਂ ਉਹਦਾ ਖਰਚਾ ਜਿਹੜਾ ਵਾ ਇੰਸ਼ੋਰੈਂਸ ਕੰਪਨੀ ਪੇ ਕਰਦੀ ਆ, ਕਿਉਂਕਿ ਉਹ ਇੰਸ਼ੋਰਡ ਹੋਏ ਸੀ। ਹੋਰ ਵੀ ਟਾਈਪਸ ਨੇ ਜਿਵੇਂ ਟਰਮ ਲਾਈਫ ਇੰਸ਼ੋਰੈਂਸ। ਇਹਦਾ ਮਤਲਬ ਹੁੰਦਾ ਵੀ ਇੱਕ ਟਰਮ ਦੇ ਲਈ ਕਰਾਇਆ ਜਾਂਦਾ ਵਾ, ਜਿਵੇਂ 50 ਈਅਰਸ ਦੇ ਲਈ, 60 ਈਅਰ ਦੇ ਲਈ। ਆਫਟਰ ਜਦੋਂ ਉਹ ਟਰਮ ਕੰਪਲੀਟ ਹੋ ਜਾਂਦੀ ਹੈ ਅਤੇ ਉਹ ਪਰਸਨ ਦੀ ਡੈਥ ਨਹੀਂ ਹੁੰਦੀ ਤਾਂ ਉਹਨੂੰ ਪੈਸੇ ਵਿਦ ਇੰਟਰਸਟ ਮਿਲ ਜਾਂਦੇ ਆ, ਅਤੇ ਜੇਕਰ ਬਿਟਵੀਨ ਉਹਦੇ ਡੈਥ ਹੋ ਜਾਂਦੀ ਆ ਤਾਂ ਜਿੰਨੀ ਅਮਾਊਂਟ ਇੰਸ਼ੋਰਡ ਹੋਏਗੀ ਉਨੀ ਅਮਾਊਂਟ ਉਹਨੂੰ ਮਿਲ ਜਾਂਦੀ ਆ। ਨੈਕਸਟ ਹੈਗਾ ਹੋਲ ਲਾਈਫ ਇੰਸ਼ੋਰੈਂਸ। ਇਹਦੇ ਵਿੱਚ ਪੂਰੀ ਲਾਈਫ ਦਾ ਇੰਸ਼ੋਰੈਂਸ ਕੀਤਾ ਜਾਂਦਾ, ਪੂਰੀ ਜ਼ਿੰਦਗੀ ਭਰ ਦਾ, ਵੀ ਜੇਕਰ ਬੰਦੇ ਦਾ ਜਨਮ ਤੋਂ ਬਾਅਦ ਵੀ ਅਤੇ ਮਰਨ ਤੋਂ ਬਾਅਦ ਵੀ ਜਦੋਂ ਮਰ ਜਾਏਗਾ ਤਾਂ ਉਹਦੇ ਬਾਅਦ ਵੀ ਉਹਦੀ ਇੰਸ਼ੋਰੈਂਸ ਚੱਲੀ ਜਾਏਗੀ ਅਤੇ ਉਹਦੀ ਪੇਮੈਂਟ ਜਿਹੜੀ ਆ ਉਹਦੇ ਜਿਹੜੀ ਫੈਮਿਲੀ ਆ ਜਾਂ ਜਿਹੜਾ ਨੋਮੀਨੀ ਹੋਏਗਾ ਉਹਨੂੰ ਮਿਲਦੀ ਰਹੇਗੀ। ਇੰਡੋਲਮੈਂਟਸ ਪੋਲਿਸੀ। ਇੰਡੋਲਮੈਂਟ ਪੋਲਿਸੀ ਕੀ ਹੁੰਦੀ ਆ ਵੀ ਜਿਹਦੇ ਵਿੱਚ ਕੀ ਹੁੰਦਾ ਵੀ ਇੱਕ ਪਰਸਨ ਨੇ ਪੇਮੈਂਟ ਕਰਨੀ ਹੁੰਦੀ ਆ, ਏ ਨੇ ਮੰਨ ਲਓ ਏ ਨੇ ਬੀ ਨੂੰ ਪੇਮੈਂਟ ਕਰਨੀ ਆ ਅਤੇ ਬੀ ਨੇ ਸੀ ਨੂੰ ਕਰਨੀ ਆ। ਏ ਨੇ ਬੀ ਨੂੰ ਪੇਮੈਂਟ ਕਰਨ ਦੀ ਬਜਾਏ ਬੀ ਨੇ ਕਿਹਾ ਵੀ ਤੂੰ ਐਂ ਕਰ ਸੀ ਨੂੰ ਪੇਮੈਂਟ ਕਰ ਦੇ, ਤਾਂ ਉਹ ਸੀ ਨੂੰ ਪੇਮੈਂਟ ਕਰ ਦਿੰਦਾ ਵਾ, ਅਤੇ ਜਿਹੜਾ ਬੀ ਆ ਉਹ ਕੀ ਕਰਦਾ ਇੰਡੋਲਸਮੈਂਸ ਦੀ ਪਾਲਿਸੀ ਲੈ ਲੈਂਦਾ ਵੀ ਕੱਲ੍ਹ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਈ, ਵੀ ਚਾਹੇ ਚੈੱਕ ਬਾਊਂਸ ਕਰ ਜਾਵੇ ਜਾਂ ਉਹਦੇ ਜਿਹੜੇ ਪੈਸੇ ਦਿੱਤੇ ਸੀ ਉਹ ਪੂਰੀ ਤਰੀਕੇ ਨਾਲ ਨਾ ਦਿੱਤੇ ਹੋਣ, ਅਤੇ ਉਹ ਇੰਡੋਲਸਮੈਂਟ ਦੀ ਉਹ ਕਰਵਾ ਲੈਂਦਾ, ਇੰਸ਼ੋਰੈਂਸ ਕਰਵਾ ਲੈਂਦਾ ਵੀ ਜੇਕਰ ਕੱਲ੍ਹ ਨੂੰ ਮੇਰੇ ਪੈਸੇ ਡੁੱਬਣਗੇ ਤਾਂ ਮੈਂ ਇੰਸ਼ੋਰੈਂਸ ਕਲੇਮ ਲੈ ਸਕੂੰਗਾ ਅਤੇ ਉੱਥੋਂ ਪੈਸੇ ਆਪਣੇ ਰਿਕਵਰ ਕਰ ਸਕੂੰਗਾ। ਮਨੀ ਬੈਕ ਪੋਲਿਸੀ। ਇਹਦੇ ਵਿੱਚ ਕੀ ਹੁੰਦੀ ਆ ਵੀ ਜਿਹੜੇ ਤੁਹਾਡੇ ਪੈਸੇ ਨੇ ਉਹ ਵਾਪਸ ਲੈਣੇ ਹੁੰਦੇ ਆ ਤੁਸੀਂ, ਚਾਹੇ ਉਹ ਕਿਸੇ ਕਸਟਮਰ ਤੋਂ ਲੈਣੇ ਹੋਣ, ਬੈਂਕ ਤੋਂ ਲੈਣੇ ਹੋਣ ਜਾਂ ਕਿਤੋਂ ਵੀ ਲੈਣੇ ਹੋਣ, ਤਾਂ ਉਸ ਚੀਜ਼ ਦੇ ਕੀ ਆ ਪਾਲਿਸੀ ਦਿੱਤੀ ਜਾਂਦੀ ਆ ਤਾਂ ਜੋ ਕਿ ਉਹ ਆਪਣੇ ਪੈਸੇ ਰਿਕਵਰ ਕਰ ਸਕੇ। ਨੈਕਸਟ ਹੈਗਾ ਵਾ
ਯੂਨਾਈਟਿਡ ਲਿੰਕ ਇੰਸ਼ੋਰੈਂਸ ਇਹਦੇ ਵਿੱਚ ਕੀ ਹੁੰਦਾ ਵਾ, ਪੂਰੀ ਫੈਮਿਲੀ ਦੀ ਇੰਸ਼ੋਰੈਂਸ ਕਰਾਈ ਜਾਂਦੀ ਆ ਅਤੇ ਇਹਦੇ ਵਿੱਚ ਪੂਰੀ ਜਿਹੜੀ ਫੈਮਿਲੀ ਆ ਉਹਨੂੰ ਕਵਰ ਕੀਤਾ ਜਾਂਦਾ, ਤਾਂ ਜੋ ਕੀ ਆ ਜਿਹੜਾ ਉਹਨਾਂ ਵਿੱਚ ਰਿਸਕ ਆਏਗਾ, ਚਾਹੇ ਉਹ ਡੈਥ ਦਾ ਰਿਸਕ ਆ, ਹੈਲਥ ਦਾ ਵਾ, ਉਹ ਸਾਰੀ ਚੀਜ਼ਾਂ ਨੂੰ ਕਵਰ ਕੀਤਾ ਜਾ ਸਕੇ। ਨੈਕਸਟ ਹੈਗਾ ਵਾ ਚਾਈਲਡ ਪੋਲਿਸੀ। ਇਹ ਜ਼ਿਆਦਾਤਰ ਗਰਲਸ ਚਾਈਲਡ ਦੇ ਲਈ ਇਹ ਇੰਸ਼ੋਰੈਂਸ ਕਲੇਮ ਮਿਲਦਾ ਹੁੰਦਾ ਵਾ। ਇਹਦੇ ਵਿੱਚ ਕੀ ਆ ਵੀ ਜਿਹੜੀਆਂ ਗਰਲਸ ਹੁੰਦੀਆਂ ਨੇ, ਜਦੋਂ ਉਹਨਾਂ ਦਾ ਬਰਥ ਹੋ ਜਾਂਦਾ ਵਾ ਤਾਂ ਉਹਨੂੰ ਇੰਸ਼ੋਰੈਂਸ ਦੇ ਅੰਡਰ ਆ ਜਾਂਦੀਆਂ ਨੇ ਅਤੇ ਉਹਨਾਂ ਦੀ ਪ੍ਰੀਮੀਅਮ ਪੇ ਕੀਤਾ ਜਾਂਦਾ, ਤਾਂ ਜੋ ਜਦੋਂ ਉਹਨਾਂ ਦੀ ਮੈਰਿਜ ਦੇ ਨੀਅਰ ਬਾਏ, ਜਦੋਂ ਉਹਨਾਂ ਦੀ ਮੈਰਿਜ ਹੋਣ ਵਾਲੀ ਹੋਏਗੀ ਤਾਂ ਉੱਥੋਂ ਪੈਸਾ ਉਹਨੂੰ ਮਿਲ ਜਾਵੇ ਅਤੇ ਉਹ ਚੀਜ਼ ਨੂੰ ਉਹ ਖਰਚ ਸਕਦੇ ਆ। ਲਾਸਟ ਵਨ ਹੈਗਾ ਵਾ ਜਿਹੜਾ ਰਿਟਾਇਰਮੈਂਟ ਪਲੈਨਸ। ਇਹਦੇ ਵਿੱਚ ਕੀ ਹੁੰਦਾ, ਜਦੋਂ ਪਰਸਨ ਰਿਟਾਇਰ ਹੋ ਜਾਂਦਾ ਆਪਣੀ ਜੋਬ ਤੋਂ ਤਾਂ ਉਹਦੇ ਲਈ ਵੀ ਇੱਕ ਇੰਸ਼ੋਰੈਂਸ ਪੋਲਿਸੀਜ਼ ਮਿਲਦੀਆਂ ਨੇ, ਜਿਹਦੇ ਵਿੱਚ ਉਹ ਲਾਈਫ ਦੇ ਵਿੱਚ ਵੀ ਕੀਤਾ ਜਾ ਸਕਦਾ ਵਾ ਜਾਂ ਉਹਦੇ ਅੱਗੇ ਚੱਲਣ ਦੇ ਲਈ ਵੀ ਵਰਕ ਕਰਦੀ ਆ, ਅਤੇ ਜਦੋਂ ਉਹਦੇ ਰਿਟਾਇਰਮੈਂਟ ਤੋਂ ਬਾਅਦ ਉਹ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕਦਾ ਵਾ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਸੈਸ਼ਨ ਪਸੰਦ ਆਇਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲੋ ਅਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅਤੇ ਥੈਂਕਸ ਜਿਹੜੇ ਮੇਰੇ ਸਟੂਡੈਂਟਸ ਨੇ ਜਿਨ੍ਹਾਂ ਨੇ ਮੈਨੂੰ ਇੰਨਾ ਵਧੀਆ ਜਿਹੜਾ ਵਾ ਸਾਈਡ ਦੇ ਉੱਤੇ ਜਿਹੜਾ ਤੁਹਾਨੂੰ ਇੱਕ ਲੋਗੋ ਆ ਡਿਜ਼ਾਈਨ ਕੀਤਾ ਹੋਇਆ, ਉਹਨਾਂ ਨੇ ਡਿਜ਼ਾਈਨ ਕੀਤਾ, ਮੈਨੂੰ ਬਹੁਤ ਪਸੰਦ ਆਇਆ ਅਤੇ ਆਈ ਹੋਪ ਤੁਹਾਨੂੰ ਵੀ ਪਸੰਦ ਆਇਆ ਹੋਊਗਾ ਅਤੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਵਾਂ। ਅਤੇ ਜਿੰਨੇ ਵੀ ਮੇਰੇ ਯੂਟਿਊਬਰ ਸਟੂਡੈਂਟਸ ਨੇ ਤਾਂ ਇਸ ਜੇ ਸੈਸ਼ਨ ਵਧੀਆ ਲੱਗਦਾ ਵਾ ਤਾਂ ਉਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸ਼ੇਅਰ ਦਿਸ ਸੈਸ਼ਨ ਵਿਦ ਅਦਰਸ। ਥੈਂਕਸ ਅ ਲੋਟ।